ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਂ ਕੋ ਹਰ ਰੰਗ लागो इस जुग में सो कहियत है सूरा। आत्म जिणे सगल वस ताके जाका सतगुर पूरा। जुगो जुग अटल सच्चे पातशाह चौर छत्र तख्त दे मालक गुरगद्दी पर सुभाईमान श्री गुरु ग्रंथ साहिब जी का ओट आसरा लेंदे होए आप सभे ही पावन पवित्र गुरबाणी दे कीर्तन दे नाल जुड़ के अपनी जिंदगी ਅਤੇ ਆਪਣੇ ਜੀਵਨ ਨੂੰ ਸਮੇਂ ਨੂੰ ਸਫਲਾ ਬਣਾ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਮਿਹਰ ਕਰਦਿਆਂ ਕਿਰਪਾ ਕਰਦਿਆਂ ਹੋਇਆਂ ਜੋ ਦਇਆ ਕੀਤੀ ਹੈ ਆਪ ਸਭੇ ਹੀ दयालु कृपालु गरीबां दे रखवाले सच्चे पातशाह गुरु तेग बहादुर साहिब महाराज जिन्हां दा शहीदी दिवस मना रहे हो। सतगुरु जी दे जीवन नूं लैके कुछ कु विचारां आप जी दे नाल सांझियां करनियां हन। दशमेश पिता जी दे वल्लों किरपा कीती हुई फतेह दे नाल सांझ पाओ जी। वाहिगुरू जी का खालसा वाहिगुरू जी की फतेह। सतगुरु सच्चे पातशाह गुरु तेग बहादुर साहिब महाराज जिन्हां दा नाम लैंदियां नाम लैण तो ही ये पता चल जाता है क्योंकि सतगुरु सच्चे पातशाह जी दे नाम दे विच ही एक ऐसी बरकत है, एक ऐसी दृढ़ता है, एक ऐसा विश्वास है कि जो निथावियां नूं ये समझाउण वास्ते काफ़ी है कि जे गुरु तेग बहादुर साहब महाराज जी दे उत्ते तुसीं भरोसा करके चलदे हो, सतगुरु सच्चे पातशाह जी नूं अपना समझ के चलदे हो, गुरु साहिब जी नूं गुरु तेग बहादुर साहिब महाराज जी नूं अगर तुसीं अपना आप सब कुछ भेंट कर दिंदे हो तन भी अते मन भी तां चेते रखियो सतगुरु सच्चे पातशाह गुरु तेग बहादुर साहब महाराज एक ऐसे शहनशाह हन जो निथावियां दी बांह गरीबां दी बांह सदा फड़ के अपने सीने दे नाल ला के रखते हैं। सो सतगुरु सच्चे पातशाह जी गुरु तेग बहादुर साहब जी कृपालु दयालु जी दे संबंध विच इतिहास नूं पढ़दियां होइयां सानू ये देखना पवेगा कि वो किहड़ी पावन धरती है जिस दे उपर मेरे मालक सतगुरु जी का अवतार होया है। वो पिता कौन सन जिन्हां दे घर सतगुरु समर्थ सच्चे पातशाह जी ने जन्म लिया। सतगुरु सच्चे पातशाह जी की पावन पवित्र बाणी दे अंदर असीं ये शब्द पढ़ते हाँ, सा धरती भई हरियावली जिथे मेरा सतगुर बैठा आए
ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਜਗ੍ਹਾ ਬੜੀ ਪਵਿੱਤਰ ਹੈ, ਉਹ ਅਸਥਾਨ ਬਹੁਤ ਪਵਿੱਤਰ ਹਨ ਜਿੱਥੇ ਤੁਹਾਡਾ ਮਾਲਕ ਜੀ ਜਨਮ ਹੋਇਆ ਹੈ। ਉਹ ਜਗ੍ਹਾ ਬੜੀ ਭਾਗਾਂ ਵਾਲੀ ਹੈ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਸਰੀਰਕ ਜਾਮੇ ਦੇ ਅੰਦਰ ਜਨਮ ਲੈ ਕੇ ਇਸ ਧਰਤੀ ਦੇ ਉੱਤੇ ਆਏ ਹੋ। ਜੇ ਤੁਸੀਂ ਸਤਿਗੁਰਾਂ ਦੇ ਬਾਹਰੀ ਤੌਰ 'ਤੇ ਵੀ ਅਗਰ ਦਰਸ਼ਨ ਦੀਦਾਰੇ ਕਰਦੇ ਹੋ ਤਾਂ ਇੱਕ ਗੱਲ ਚੇਤੇ ਰੱਖਿਓ, ਇਹੋ ਜਿਹੀਆਂ ਜੋ ਰੂਹਾਂ ਹਨ ਜਿਨ੍ਹਾਂ ਦਾ ਕੇਵਲ ਅਤੇ ਕੇਵਲ ਪਰਮਾਤਮਾ ਦੇ ਵੱਲ ਹੀ ਧਿਆਨ ਹੈ, ਗੁਰੂ ਦੀ ਬੰਦਗੀ ਦੇ ਵੱਲ ਧਿਆਨ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੇਵਲ ਇਸੇ ਗੱਲ ਨੂੰ ਹੀ ਮੁੱਖ ਰੱਖਿਆ ਕਿ ਅਸੀਂ ਉਸ ਵਾਹਿਗੁਰੂ ਦੀ ਬੰਦਗੀ ਤੋਂ ਬਗੈਰ ਕਿਸੇ ਹੋਰ ਪਾਸੇ ਧਿਆਨ ਨਹੀਂ ਦੇ ਸਕਦੇ, ਤਾਂ ਯਾਦ ਰੱਖੋ ਐਸੀਆਂ ਸ਼ਖਸੀਅਤਾਂ ਦੇ ਦਰਸ਼ਨ ਹੋ ਜਾਣੇ, ਐਸੀਆਂ ਸ਼ਖਸੀਅਤਾਂ ਦੇ ਬਾਰੇ ਵਿੱਚ ਪੜ੍ਹ ਲੈਣਾ, ਸੁਣ ਲੈਣਾ ਤੁਹਾਡਾ ਇੱਕ ਜਨਮ ਸਫਲ ਹੋਣ ਦੇ ਬਰਾਬਰ ਹੈ। ਸੋ ਸਤਿਗੁਰੂ ਜੀ ਸੱਚੇ ਪਾਤਸ਼ਾਹ ਉਹ ਕਿਹੜੀ ਧਰਤੀ ਹੈ ਜਿਸ ਜਗ੍ਹਾ ਉੱਤੇ ਮੇਰੇ ਮਾਲਕ ਜੀ ਨੇ ਭਾਗ ਲਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਤਾ ਸਾਹਿਬ ਜੀ ਨੇ ਜਦੋਂ ਜਨਮ ਲਿਆ ਤੇ ਮੈਂ ਪਹਿਲਾਂ ਆਰੰਭਤਾ ਦੇ ਵਿੱਚ ਇਹ ਬੇਨਤੀ ਕਰ ਦਿੱਤੀ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਉਸ ਧਰਤੀ ਦੇ ਬਾਰੇ ਵਿੱਚ ਦੱਸੋ। ਤੇ ਮਾਲਕ ਜੀ ਦੇ ਜਨਮ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਦੋਂ ਜਨਮ ਹੋਇਆ, ਸਾਹਿਬ ਜੀ ਨੇ ਆਪਣੇ ਜਦੋਂ ਚਰਨ ਪਸਾਰੇ ਇਸ ਦੁਨੀਆ ਦੇ ਅੰਦਰ, ਤੇ ਉਹ ਭਾਗਾਂ ਵਾਲੀ ਧਰਤੀ ਦੇ ਬਾਰੇ ਵਿੱਚ ਮੇਰੇ ਮਾਲਕ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਰਸਨਾ ਤੋਂ ਇਉਂ ਉਚਾਰਨ ਕੀਤਾ ਹੈ। ਸਾਹਿਬ ਬਚਨ ਕਰਦੇ ਹਨ, ਡਿੱਠੇ ਸੱਬੇ ਥਾਮ ਨਹੀਂ ਤੁਧ ਜਿਹਿਆਂ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆਂ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਹੇ ਨਹਾਈਏ ਰਾਮਦਾਸ ਸਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਪਾਵਨ ਧਰਤੀ ਹੈ ਅੰਮ੍ਰਿਤਸਰ ਸਾਹਿਬ ਜਿੱਥੇ ਮਾਲਕ ਜੀ ਦਾ ਜਨਮ ਹੋਇਆ। ਇਸ ਧਰਤੀ ਨੂੰ ਪਹਿਲੋਂ ਆਰੰਭਤਾ ਦੇ ਵਿੱਚ ਗੁਰੂ ਕਾ ਚੱਕ ਕਿਹਾ ਜਾਂਦਾ ਸੀ। ਸਮੇਂ ਦੇ ਨਾਲ ਨਾਲ ਇਸ ਨੂੰ ਚੱਕ ਗੁਰੂ ਕਾ ਵੀ ਕਹਿ ਕੇ ਸੰਬੋਧਨ ਕੀਤਾ ਗਿਆ। ਫਿਰ ਇਸ ਧਰਤੀ ਨੂੰ ਸੁਦਾਸਰ ਕਹਿਣ ਲੱਗੇ, ਪਰ ਅੱਜ ਇਸ ਧਰਤੀ ਦਾ ਨਾਮ ਜੋ ਹੈ ਉਹ ਅੰਮ੍ਰਿਤਸਰ ਸਾਹਿਬ ਕਰਕੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੀ ਨਗਰੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਅਪ੍ਰੈਲ ਮਹੀਨਾ 1621 ਨੂੰ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਨਮ ਹੋਇਆ। ਕਿਉਂਕਿ ਜਿੱਥੇ ਅਸੀਂ ਬਾਣੀ ਦੀ ਗੱਲ ਕਰਦੇ ਹਾਂ, ਇੱਥੇ ਮੈਂ ਬੇਨਤੀ ਕਰ ਦੇਵਾਂ, ਉੱਥੇ ਸਾਨੂੰ ਸਾਡੇ ਗੁਰੂ ਇਤਿਹਾਸ, ਗੁਰੂ ਸਾਖੀਆਂ ਵੱਲ ਵੀ ਧਿਆਨ ਦੇਣਾ ਅਤਿਅੰਤ ਜ਼ਰੂਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਦੋਂ ਜਨਮ ਹੋਇਆ ਨਾ, ਤੇ ਸਾਹਿਬ ਸੱਚੇ ਪਾਤਸ਼ਾਹ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਸਮੇਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਸਾ ਦੀ ਵਾਰ ਦੇ ਕੀਰਤਨ ਦੇ ਵਿੱਚ ਮਗਨ ਸਨ। ਪਾਵਨ ਬਾਣੀ ਨੂੰ ਸੁਣ ਕੇ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਉਸ ਮਾਲਕ ਦਾ ਸ਼ੁਕਰਾਨਾ ਕਰ ਰਹੇ ਸਨ। ਤੇ ਉਸੇ ਵੇਲੇ ਘਰੋਂ ਇੱਕ ਸੇਵਾਦਾਰ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਾਸ ਬੇਨਤੀ ਕਰਨ ਲੱਗਿਆ ਕਿ ਸੱਚੇ ਪਾਤਸ਼ਾਹ ਜੀ ਮਿਹਰ ਕਰੋ, ਦਇਆ ਕਰੋ, ਘਰ ਨੂੰ ਚੱਲੋ, ਆਪ ਆਪਣੇ ਗ੍ਰਹਿ ਵਿਖੇ ਜਾਓ, ਉੱਥੇ ਆਪ ਜੀ ਦੇ 5ਵੇਂ ਸਪੁੱਤਰ ਨੇ ਅੱਜ ਜਨਮ ਲੈ ਲਿਆ ਹੈ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 4 ਸਪੁੱਤਰ ਅਤੇ 1 ਸਪੁੱਤਰੀ ਸੀ। ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਨਮ ਤੋਂ ਪਹਿਲਾਂ ਸਤਿਗੁਰਾਂ ਦੇ 4 ਪੁੱਤਰ ਅਤੇ 1 ਪੁੱਤਰੀ ਸੀ। ਵੱਡੇ ਸਪੁੱਤਰ ਦਾ ਨਾਮ ਬਾਬਾ ਗੁਰਦਿੱਤਾ ਜੀ, ਫਿਰ ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਅਤੇ ਬਾਬਾ ਸੂਰਜਮਲ।
ਇੱਕ ਸਤਿਗੁਰਾਂ ਦੀ ਧੀ ਸੀ ਜਿਹਦਾ ਨਾਮ ਸੀਗਾ ਬੀਬੀ ਵੀਰੋ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਦੋਂ ਇਹ ਪਤਾ ਲੱਗਿਆ ਨਾ ਕਿ ਮੇਰੇ ਘਰ ਇੱਕ ਪੁੱਤਰ ਨੇ, ਪੰਜਵੇਂ ਪੁੱਤਰ ਨੇ ਜਨਮ ਲੈ ਲਿਆ ਹੈ, ਤਾਂ ਆਮ ਜੇ ਕੋਈ ਦੁਨਿਆਵੀ ਹੁੰਦਾ ਨਾ ਇਨਸਾਨ, ਪੁੱਤਰ ਦੇ ਨਾਮ ਉੱਤੇ ਭੱਜ ਕੇ ਜਾਣਾ ਸੀ ਘਰ ਨੂੰ। ਪਰ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਹੋਏ ਮੇਰੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਸਤਿਗੁਰਾਂ ਨੇ ਵੇਖਿਆ ਕਿ ਆਸਾ ਦੀ ਵਾਰ ਦਾ ਕੀਰਤਨ ਚੱਲਦਾ ਪਿਆ ਹੈ, ਪਹਿਲਾਂ ਆਸਾ ਦੀ ਵਾਰ ਦਾ ਕੀਰਤਨ ਸਾਰਾ ਸੰਪੂਰਨ ਕਰਵਾਇਆ ਅਤੇ ਮਗਰੋਂ ਜਾ ਕੇ ਆਪ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗ੍ਰਹਿ ਨੂੰ ਚੱਲੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਮੈਂ ਇੱਥੇ ਬੇਨਤੀ ਕਰਾਂ ਕਿ ਜਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਸੰਪੂਰਨ ਹੋਇਆ, ਉਹਦੇ ਬਾਅਦ ਅਰਦਾਸ ਬੇਨਤੀ ਕਰਨ ਲੱਗੇ ਨਾ ਜਦੋਂ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਗ ਸੰਗ ਖੜ੍ਹ ਕੇ ਅਤੇ ਆਪ ਉਸ ਸਮੇਂ ਅਰਦਾਸ ਬੇਨਤੀ ਕਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੁਕਰਾਨਾ ਕਰ ਰਹੇ ਸਨ ਮਾਲਕ ਦਾ ਕਿ ਤੁਸੀਂ ਬੜੀ ਕਿਰਪਾ ਕੀਤੀ ਹੈ ਸਤਿਗੁਰੂ ਜੀ, ਤੁਹਾਡੀ ਮਿਹਰ ਹੋਈ ਹੈ। ਸ਼ੁਕਰਾਨਾ ਕੀਤਾ ਕਿ ਤੁਹਾਡੇ ਕੀਰਤਨ ਨੂੰ ਸੁਣਨ ਦੇ ਵਿੱਚ ਮੇਰਾ ਮਨ ਇੰਨਾ ਜ਼ਿਆਦਾ ਮਗਨ ਸੀ ਕਿ ਮੈਨੂੰ ਹੋਰ ਕੁਝ ਸੁੱਝਿਆ ਹੀ ਨਹੀਂ ਸੀ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਰਦਾਸ ਤੋਂ ਬਾਅਦ, ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਆਪਣੇ ਮਹੱਲ ਵੱਲ ਨੂੰ ਹੋ ਚੱਲਦੇ ਹਨ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਨਮ ਹੋਇਆ, ਉੱਧਰ ਨੂੰ ਹੋ ਚੱਲਦੇ ਹਨ, ਜਿਹਨੂੰ ਅੱਜ ਕੱਲ੍ਹ ਅਸੀਂ ਸਤਿਕਾਰ ਸਾਹਿਤ ਬੜੇ ਹੀ ਅਦਬ ਦੇ ਨਾਲ ਨਾਮ ਬੋਲਦੇ ਹਾਂ, ਗੁਰੂ ਕਾ ਮਹਿਲ। ਗੁਰੂ ਸਾਹਿਬ ਇਕੱਲੇ ਨਹੀਂ ਸਨ ਉਸ ਸਮੇਂ, ਨਾਲ ਸਤਿਕਾਰਯੋਗ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਬਾਬਾ ਬਿਧੀ ਚੰਦ ਜੀ ਵੀ ਉਸ ਸਮੇਂ ਸਾਥ ਦੇਣ ਦੇ ਸਨ। ਜਦੋਂ ਨਾ ਸਤਿਗੁਰਾਂ ਦਾ ਜਨਮ ਹੋਇਆ ਨਾ ਗੁਰੂ ਤੇਗ ਬਹਾਦਰ ਜੀ ਦਾ, ਅਤੇ ਦਰਸ਼ਨ ਕਰਨ ਵਾਸਤੇ 4 ਜਣੇ ਪਹੁੰਚੇ, ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਭਾਈ ਬਿਧੀ ਚੰਦ ਜੀ। ਇਹ 4 ਜਣੇ ਜਿਨ੍ਹਾਂ ਨੇ ਕਿ ਸਤਿਗੁਰਾਂ ਦੇ ਦਰਸ਼ਨ ਕੀਤੇ ਪਹਿਲੀ ਵਾਰ। ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਦੇ ਹਨ ਜਨਮ ਦੇ ਸਮੇਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੀ ਗੋਦ ਦੇ ਵਿੱਚ ਉਠਾ ਲਿਆ, ਜਿੱਦਾਂ ਕਿ ਇੱਕ ਪਿਤਾ ਆਪਣੇ ਬੱਚੇ ਨੂੰ ਪਿਆਰ ਦੇ ਨਾਲ ਆਪਣੀ ਗੋਦ ਦੇ ਵਿੱਚ ਉਠਾਉਂਦਾ ਹੈ, ਫਿਰ ਉਹਨੂੰ ਲਾਡ ਲਡਾਉਂਦਾ ਹੈ, ਉਹਨੂੰ ਪਿਆਰ ਵੀ ਕਰਦਾ ਹੈ। ਇਸੇ ਤਰ੍ਹਾਂ ਹੀ ਇਤਿਹਾਸਕਾਰ ਲਿਖਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਦੇਖਿਆ ਨਾ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਠਾ ਲਿਆ ਆਪਣੀ ਗੋਦ ਦੇ ਵਿੱਚ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਜਦੋਂ ਇਤਿਹਾਸਕਾਰ ਲਿਖਦੇ ਕਿ ਜਦੋਂ ਆਪਣੀ ਗੋਦ ਵਿੱਚ ਉਠਾਇਆ ਹੈ, ਤਾਂ ਆਪਣੇ ਪੁੱਤਰ ਨੂੰ ਦੇਖ ਕੇ ਸਤਿਗੁਰਾਂ ਦਾ ਮਨ ਬੜਾ ਪ੍ਰਸੰਨ ਹੋਇਆ, ਅਤੇ ਸ਼ਰਧਾ ਦੇ ਨਾਲ, ਅਦਬ ਦੇ ਨਾਲ ਮਾਲਕ ਜੀ ਨੇ ਸੀਸ ਝੁਕਾ ਦਿੱਤਾ। ਅਤੇ ਇਹ ਸਾਰਾ ਵਰਤਾਵਾ ਜਿਹੜਾ ਸੀਗਾ ਭਾਈ ਬਿਧੀ ਚੰਦ ਜੀ ਮੌਕੇ 'ਤੇ ਵੇਖ ਰਹੇ ਸਨ, ਅਤੇ ਉਹ ਇਹ ਜਾਣਦੇ ਸਨ ਕਿ ਮੇਰੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਵੀ ਕੋਈ ਕੌਤਕ ਕਰਦੇ ਹਨ, ਇਹਦੇ ਵਿੱਚ ਕੋਈ ਨਾ ਕੋਈ ਬਹੁਤ ਵੱਡਾ ਰਾਜ, ਬਹੁਤ ਵੱਡੀ ਕੋਈ ਨਾ ਕੋਈ ਗੱਲ ਛਿਪੀ ਹੁੰਦੀ ਹੈ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਪ੍ਰਸ਼ਨ ਕੀਤਾ, ਬੇਨਤੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਨੂੰ ਬੜੇ ਸਮੇਂ ਤੋਂ ਤੱਕਦਾ ਹਾਂ, ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਹਾਂ, ਅਤੇ ਤੁਸੀਂ ਜਦੋਂ ਕੋਈ ਕੌਤਕ ਕਰਦੇ ਹੋ ਤਾਂ ਤਕਰੀਬਨ ਕੁਝ ਨਾ ਕੁਝ ਇਸ ਤਰ੍ਹਾਂ ਦੀ ਝਲਕ ਦਿੰਦੇ ਹੋ ਕਿ ਜਿਹਦੇ ਤੋਂ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਸਾਹਿਬ ਸੱਚੇ ਪਾਤਸ਼ਾਹ ਜੀ ਕੁਝ ਅਜਿਹਾ ਬਿਆਨ ਕਰਨਾ ਚਾਹੁੰਦੇ ਹੋ ਜਾਂ ਅਜਿਹਾ ਵਰਣਨ ਕਰ ਦਿੱਤਾ ਹੈ ਜਿਹਦੇ ਬਾਰੇ ਵਿੱਚ ਸਾਨੂੰ ਨਹੀਂ ਪਤਾ ਲੱਗਦਾ, ਕਿਉਂਕਿ ਤੁਹਾਡੇ ਪਹਿਲਾਂ ਵੀ 4 ਪੁੱਤਰ ਸਨ, ਪਰ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਕਦੇ ਸੀਸ ਨਹੀਂ ਸੀ ਝੁਕਾਇਆ। ਹਾਂ, ਜਿਸ ਤਰ੍ਹਾਂ ਆਮ ਮਾਂ ਬਾਪ ਪਿਆਰ ਕਰਦੇ ਹਨ, ਉਹ ਪਿਆਰ ਤੁਸੀਂ ਉਹਨਾਂ ਨੂੰ ਪੂਰਾ ਦਿੰਦੇ ਸੀ, ਪਰ ਜਿਹੜਾ ਇਸ ਤਰ੍ਹਾਂ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਰੇ ਵਿੱਚ ਕਹਿਣ ਲੱਗੇ ਕਿ ਜਿਹੜੇ ਤੁਹਾਡੇ ਛੋਟੇ ਪੁੱਤਰ ਹਨ, ਇਹਨਾਂ ਨੂੰ ਤੁਸੀਂ ਮਾਲਕ ਜੀ ਸੀਸ ਝੁਕਾਇਆ ਹੈ, ਇਹਦਾ ਕੀ ਕਾਰਨ ਹੈ, ਇਹਦਾ ਕੀ ਚੱਕਰ ਹੈ, ਤੁਸੀਂ ਦੱਸੋ ਤੇ ਸਹੀ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਚੇਤੇ ਰੱਖਿਓ, ਮੈਂ ਠੀਕ ਹੈ ਦੂਸਰਿਆਂ ਨੂੰ ਸੀਸ ਨਹੀਂ ਝੁਕਾਇਆ, ਪਰ ਤੁਸੀਂ ਇਹ ਗੱਲ ਚੇਤੇ ਰੱਖਿਓ ਕਿ ਇਹ ਜਿਹੜਾ ਹੈ ਮੇਰਾ ਪੁੱਤਰ ਇੱਕ ਦਿਨ ਇੱਕ ਐਸਾ ਵਲੀ ਬਣੇਗਾ, ਇੱਕ ਦਿਨ ਐਸਾ ਯੋਧਾ ਬਣੇਗਾ ਕਿ ਦੂਜਿਆਂ ਦੇ ਦੁੱਖਾਂ ਨੂੰ ਵੀ ਹਰਦਾ ਆਪਣੇ ਸਰੀਰ 'ਤੇ ਰਵੇਗਾ, ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝੇਗਾ। ਇੱਥੇ ਮੈਂ ਬੇਨਤੀ ਕਰਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਜੀ, ਉਹਨਾਂ ਦੇ ਜਿਹੜੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ
ਪੰਜਵੇਂ ਪੁੱਤਰ ਸਨ, ਸਭ ਤੋਂ ਛੋਟੇ ਪੁੱਤਰ ਸਨ। ਪਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਵੱਡੇ ਜਿਹੜੇ ਪੁੱਤਰ ਸਨ ਉਹ 4 ਸਨ, ਅਤੇ ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿੰਨੀ ਵਾਰੀ ਵੀ ਬਾਬਾ ਗੁਰਦਿੱਤਾ ਜੀ ਨੂੰ ਬੁਲਾਇਆ, ਜਿੱਦਾਂ ਆਪਾਂ ਆਮ ਘਰਾਂ ਦੇ ਵਿੱਚ ਆਪਣੇ ਬੱਚਿਆਂ ਦਾ ਨਾਮ ਲੈ ਕੇ ਸੰਬੋਧਨ ਕਰਦੇ ਹਾਂ, ਤੁਸੀਂ ਆਪਣੇ ਬੱਚਿਆਂ ਦਾ ਨਾਮ ਲੈ ਕੇ ਸੰਬੋਧਨ ਕਰਦੇ ਜਦੋਂ ਉਹਨਾਂ ਨੂੰ ਬੁਲਾਉਂਦੇ ਹੋ, ਅਤੇ ਇਸੇ ਪ੍ਰਕਾਰ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਪੁੱਤਰਾਂ ਨੂੰ ਬੁਲਾਉਂਦੇ ਸਨ ਨਾਵਾਂ ਦੇ ਨਾਲ। ਬਾਬਾ ਅਟਲ ਰਾਏ ਜੀ ਨੂੰ ਵੀ ਇਸੇ ਪ੍ਰਕਾਰ ਹੀ, ਬਾਬਾ ਅਣੀ ਰਾਏ ਜੀ ਨੂੰ ਵੀ, ਜਿਵੇਂ ਆਪਾਂ ਆਮ ਘਰਾਂ 'ਚ ਆਵਾਜ਼ਾਂ ਮਾਰਦੇ ਹਾਂ ਬੱਚਿਆਂ ਨੂੰ ਕਿ ਪੁੱਤਰ, ਕਿ ਬੇਟਾ ਗੱਲ ਸੁਣੋ, ਇਸ ਤਰ੍ਹਾਂ ਕਰਕੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਨ, ਉਹ ਬਾਬਾ ਗੁਰਦਿੱਤਾ ਜੀ ਨੂੰ ਬੜੇ ਪਿਆਰ ਦੇ ਨਾਲ, ਬੜੇ ਅਦਬ ਦੇ ਨਾਲ ਬਾਬਾ ਕਹਿ ਕੇ ਬੋਲਦੇ ਸਨ। ਸਤਿਗੁਰੂ ਜੀ ਨੇ ਕਹਿਣਾ ਕਿ ਬਾਬਾ ਗੁਰਦਿੱਤਾ ਜੀ ਇੱਧਰ ਆਓ, ਬਾਬਾ ਗੁਰਦਿੱਤਾ ਜੀ ਤੁਸੀਂ ਕਿਰਪਾ ਕਰਕੇ ਮੇਰੀ ਗੱਲ ਸੁਣੋ। ਅਤੇ ਜਦੋਂ ਮਹਾਰਾਜ ਨੂੰ ਇਹਦਾ ਕਾਰਨ ਪੁੱਛਿਆ ਗਿਆ ਕਿ ਬਾਕੀ ਸਭਨਾਂ ਦਾ ਤਾਂ ਤੁਸੀਂ ਨਾਮ ਲੈਂਦੇ ਹੋ ਅਤੇ ਇਹਨਾਂ ਦਾ ਕੀ ਗੱਲ ਹੈ, ਤੁਸੀਂ ਬਾਬਾ ਗੁਰਦਿੱਤਾ ਜੀ ਕਹਿ ਕੇ ਬੋਲਦੇ ਹੋ। ਅਤੇ ਮਾਲਕ ਜੀ ਕਹਿਣ ਲੱਗੇ ਕਿ ਮੇਰਾ ਇਹ ਜਿਹੜਾ ਸਭ ਤੋਂ ਛੋਟਾ ਪੁੱਤਰ ਹੈ ਨਾ, ਇਹ ਗਰੀਬਾਂ ਦਾ ਰਕਸ਼ਕ ਹੋਵੇਗਾ। ਮੇਰਾ ਇਹ ਪੁੱਤਰ ਸੰਸਾਰ ਵਿੱਚ ਲੋਕਾਂ ਦੀ ਪੱਤ ਵੀ ਢਕੇਗਾ, ਅਤੇ ਜਦੋਂ ਕਿਸੇ ਉੱਤੇ ਮੁਸੀਬਤ ਬਣ ਆਵੇਗੀ ਨਾ, ਤਾਂ ਮੇਰਾ ਪੁੱਤਰ ਉਹਨਾਂ ਦੀਆਂ ਮੁਸੀਬਤਾਂ ਨੂੰ, ਉਹਨਾਂ ਦੇ ਬੰਧਨਾਂ ਨੂੰ ਖੁਦ ਆਪ ਹਾਜ਼ਰ ਨਾਜ਼ਰ ਹੋ ਕੇ ਕੱਟੇਗਾ। ਇੱਥੇ ਬੇਨਤੀ ਸੀ ਕਿ ਕੁਝ ਸੱਜਣਾਂ ਦੇ ਵੱਲੋਂ, ਕੁਝ ਸੱਜਣ ਕਹਿੰਦੇ ਹਨ ਕਿ ਗੁਰੂ ਸਾਹਿਬ ਜੀ ਦਾ ਜਿਹੜਾ ਨਾਮ ਸੀਗਾ ਬਚਪਨ ਦੇ ਵਿੱਚ ਉਹ ਤਿਆਗਮਲ ਸੀ, ਪਰ ਜਦੋਂ ਆਪ ਕਰਤਾਰਪੁਰ ਦੀ ਧਰਤੀ 'ਤੇ ਤੇਗ ਚਲਾਈ, ਮੈਦਾਨੇ ਜੰਗ ਦੇ ਵਿੱਚ ਜੂਝੇ, ਤਾਂ ਤਿਆਗਮਲ ਤੋਂ ਆਪ ਜੀ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ। ਪਰ ਹਕੀਕਤ ਇਹੋ ਹੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਰਪਾਲੂ ਜੀ ਨੇ ਜਨਮ ਤੋਂ ਬਾਅਦ ਅੰਮ੍ਰਿਤਸਰ ਦੀ ਧਰਤੀ ਉੱਤੇ ਹੀ ਤੇਗ ਬਹਾਦਰ ਦਾ ਨਾਮ ਰੱਖ ਦਿੱਤਾ ਸੀ। ਭਾਈ ਗੁਰਦਾਸ ਜੀ ਜਦੋਂ ਦਰਸ਼ਨ ਕਰਦੇ ਹਨ, ਉਹਦੇ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਸੀਸਾਂ ਬਖਸ਼ਦੇ ਹਨ। ਫਿਰ ਬਾਬਾ ਬੁੱਢਾ ਜੀ ਨੇ ਜਦੋਂ ਦਰਸ਼ਨ ਕੀਤੇ ਨਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ, ਇਤਿਹਾਸਕਾਰ ਲਿਖਦੇ ਹਨ ਕਿ ਤਕਰੀਬਨ 115 ਕੁ ਸਾਲ ਦੀ ਉਮਰ ਸੀ ਬਾਬਾ ਬੁੱਢਾ ਜੀ ਦੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਨਾ। ਅਤੇ ਬਾਬਾ ਬੁੱਢਾ ਜੀ ਦੀ ਉਮਰ ਉਸ ਸਮੇਂ 115 ਸਾਲ ਦੀ ਸੀ, ਅਤੇ ਬਾਬਾ ਬੁੱਢਾ ਜੀ ਨੇ ਆਪਣੇ ਮੁਖੜੇ ਤੋਂ ਬਚਨ ਕੀਤਾ ਕਿ ਤੁਸੀਂ ਧੰਨ ਹੋ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ, ਉਸ ਸਮੇਂ ਬਾਲ ਰੂਪ ਦੇ ਵਿੱਚ ਸਨ, ਬਾਲ ਉਮਰ ਦੇਖਦੇ ਨਾ ਸਤਿਗੁਰੂ ਜੀ ਦੀ ਇਹ ਜਿਹੜੇ ਬਚਨ ਬਾਬਾ ਬੁੱਢਾ ਜੀ ਨੇ ਕੀਤੇ ਕਿ ਮੈਨੂੰ ਪਰਮਾਤਮਾ ਨੇ, ਵਾਹਿਗੁਰੂ ਨੇ ਦੀਰਘ ਆਜੂ ਸ਼ਾਇਦ ਇਸੇ ਕਰਕੇ ਹੀ ਦਿੱਤੀ ਹੈ ਕਿ ਤੁਹਾਡੇ ਵਰਗੇ ਜਪੀ, ਤੁਹਾਡੇ ਵਰਗੇ ਤਪੀ, ਤੁਹਾਡੇ ਵਰਗੇ ਬੰਦਗੀ ਦੇ ਖਜ਼ਾਨੇ ਦੇ ਮਾਲਕ ਦੇ ਦਰਸ਼ਨ ਸ਼ਾਇਦ ਮੈਂ ਕਰਨੇ ਸਨ। ਮੈਨੂੰ ਲੱਗਦਾ ਸੀ ਕਿ ਮੈਂ ਕੋਈ ਨਾ ਕੋਈ ਇਹੋ ਜਿਹਾ ਸਰੂਪ ਤੱਕਣਾ ਹੈ, ਇਹੋ ਜਿਹਾ ਕੋਈ ਨਾ ਕੋਈ ਸਰੂਪ ਵੇਖਣਾ ਹੈ ਜਿਹਨੂੰ ਤੱਕਦਿਆਂ ਹੋਇਆਂ ਮੇਰਾ ਹਿਰਦਾ ਜਿਹੜਾ ਹੈ ਉਹ ਬਿਲਕੁਲ ਸ਼ਾਂਤ ਹੋ ਜਾਵੇਗਾ, ਮਨ ਸਦਾ ਖਿੜਿਆ ਰਹੇਗਾ। ਇਹ ਬਚਨ ਸਨ ਬਾਬਾ ਬੁੱਢਾ ਜੀ ਦੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜਦੋਂ ਬਚਪਨ ਵਿੱਚ ਦਰਸ਼ਨ ਕੀਤੇ ਨਾ, ਅਤੇ ਹੈਰਾਨੀ ਤਦ ਹੁੰਦੀ ਹੈ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਪੜ੍ਹਾਈ ਵੀ ਬਾਬਾ ਬੁੱਢਾ ਜੀ ਨੇ ਕਰਵਾਈ, ਅਤੇ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਤਲੀਮ ਦੀ ਗੱਲ ਚੱਲੀ ਨਾ, ਅਤੇ ਉਸ ਦਿਨ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਹੀ ਨਿਯੁਕਤ ਕੀਤਾ ਗਿਆ। ਗੁਰੂ ਤੇਗ ਬਹਾਦਰ ਜੀ ਨੂੰ ਸਭ ਤੋਂ ਪਹਿਲਾਂ ਗੁਰਬਾਣੀ ਦੀ ਸੰਥਿਆ ਦੇਣ ਵਾਲੇ ਬਾਬਾ ਬੁੱਢਾ ਜੀ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤੀਰ ਦੇ ਧਨੀ, ਤਲਵਾਰ ਦੇ ਧਨੀ ਬਣਾਉਣ ਵਾਲੇ ਬਾਬਾ ਬੁੱਢਾ ਸਾਹਿਬ ਜੀ ਸਨ। ਕੋਲ ਬਿਠਾ ਕੇ ਗੁਰਬਾਣੀ ਦੀ ਸੰਥਿਆ ਦੇਣੀ, ਗੁਰਮਤਿ ਦੀ ਤਲੀਮ ਦੇਣੀ, ਸਿੱਖੀ ਨੂੰ ਕਿਸ ਤਰ੍ਹਾਂ ਕਮਾਉਣਾ ਹੈ, ਇਹ ਸਾਰਾ ਕੁਝ ਬਾਬਾ ਬੁੱਢਾ ਸਾਹਿਬ ਜੀ ਨੇ ਉਹਨਾਂ ਨੂੰ ਕਰਨਾ ਸਿਖਾਇਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਚਪਨ ਦੀਆਂ ਜਿਹੜੀਆਂ ਘਟਨਾਵਾਂ ਹਨ, ਜਦੋਂ ਉਹਨਾਂ ਨੂੰ ਪੜ੍ਹੀਦਾ ਹੈ ਨਾ, ਤਾਂ ਉਹ ਬੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਮਾਇਨੇ ਰਖਾਉਂਦੀਆਂ ਹਨ। ਸਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਬਹੁਤ ਅਰਥ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇਖੋ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਕਿਹਾ ਨਾ ਕਿ ਇਹ ਬੜਾ ਦਿਆਲੂ ਅਤੇ ਕਿਰਪਾਲੂ ਹੋਵੇਗਾ, ਅਤੇ ਇਹ ਗੱਲ ਬਿਲਕੁਲ ਸੱਚੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬੜੇ ਕਿਰਪਾਲੂ ਸਨ, ਦਿਆਲੂ ਸਨ, ਵੈਰਾਗੀ ਸਨ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਿਆਲਤਾ ਐਸੀ ਸੀ ਕਿ ਅਗਲਾ ਦੇਖਦਾ ਹੀ ਰਹਿ ਜਾਂਦਾ ਸੀ ਕਿ ਮੈਨੂੰ ਇੰਨੇ ਨਿਮਾਣੇ ਜੇ ਨੂੰ ਇੰਨਾ ਮਾਣ ਬਖਸ਼ਿਆ। 4 ਸਾਲ ਦੀ ਉਮਰ ਸੀ ਸਤਿਗੁਰੂ ਜੀ ਦੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ, ਜਦੋਂ ਇਹਨਾਂ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਕਾਰਜ ਸੀਗਾ, ਸ਼ੁਭ ਕਾਰਜ, ਆਨੰਦ ਕਾਰਜ। ਤੇ ਉਸ ਸਮੇਂ ਇਤਿਹਾਸਕਾਰ ਲਿਖਦੇ ਕਿ ਸਰਦੀਆਂ ਦਾ ਸਮਾਂ ਸੀ। ਬਾਬਾ ਗੁਰਦਿੱਤਾ ਜੀ ਦੀ ਬਰਾਤ ਨਿਕਲੀ ਤਾਂ ਅਨੇਕਾਂ ਹੀ ਪਿੰਡ ਤੇ ਸ਼ਹਿਰ ਦੇ ਲੋਕ ਸੜਕਾਂ ਦੇ ਕਿਨਾਰੇ ਉੱਤੇ ਆਣ ਕੇ ਖੜ੍ਹੇ ਸਨ, ਇਹ ਦੇਖਣ ਵਾਸਤੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਪੁੱਤਰ ਦੀ ਬਰਾਤ ਜਾਣੀ ਹੈ ਤੇ ਅਸੀਂ ਦੇਖ ਕੇ ਆਈਏ। ਆਮ ਹੀ ਹੁੰਦਾ ਹੈ ਨਾ ਪਿੰਡਾਂ ਦੇ ਵਿੱਚ, ਤੁਸੀਂ ਵੇਖੋ ਜਦੋਂ ਕਿਸੇ ਦੀ ਬਰਾਤ ਨਿਕਲਦੀ ਹੈ ਤੇ ਸਾਡੀਆਂ ਭੈਣਾਂ, ਸਾਡੀਆਂ ਮਾਵਾਂ, ਸਾਡੇ ਛੋਟੇ ਛੋਟੇ ਬੱਚੇ ਦੇਖਦੇ ਹਨ ਕਿ ਬਰਾਤ ਨਿਕਲਣ ਲੱਗੇ ਤੇ ਵੇਖ ਕੇ ਆਈਏ, ਕਿਉਂਕਿ ਸਭ ਦਾ ਦਿਲ ਜਿਹੜਾ ਨਾ ਖੁਸ਼ੀਆਂ ਨਾਲ ਉਦੋਂ ਭਰਿਆ ਹੁੰਦਾ ਆ, ਖੁਸ਼ੀਆਂ ਦੇ ਵਿੱਚ ਝੂਮਦਾ ਹੁੰਦਾ। ਉਸ ਦੇ ਕਾਰਨ ਹਰੇਕ ਮਨੁੱਖ ਦੇ ਮਨ ਦੀ ਇਹ ਅਵਸਥਾ ਹੁੰਦੀ ਹੈ ਕਿ ਬਰਾਤ ਨੂੰ ਵੇਖ ਲਈਏ। ਤੇ ਇਸੇ ਪ੍ਰਕਾਰ ਜਿੰਨੇ ਵੀ ਬਾਬਾ ਗੁਰਦਿੱਤਾ ਜੀ ਦੀ ਬਰਾਤ ਦੇ ਵਿੱਚ ਬਰਾਤੀ ਸਨ, ਸਾਰੇ ਹੀ ਵਿਆਹ ਦੇ ਵਿੱਚ ਮਗਨ ਸਨ। ਤੇ ਇੱਕ ਪਾਸੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦੀ ਉਮਰ 4 ਸਾਲ ਦੀ ਸੀ, ਉਹਨਾਂ ਦਾ ਧਿਆਨ ਇੱਕ ਛੋਟੇ ਜਿਹੇ ਬੱਚੇ ਵੱਲ ਪਹੁੰਚਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਜਦੋਂ ਬਰਾਤ ਵਿੱਚ ਸ਼ਾਮਲ ਕੀਤਾ ਗਿਆ ਤੇ ਸਾਹਿਬ ਜੀ ਦੇ ਮਾਤਾ ਨਾਨਕੀ ਜੀ ਨੇ ਬੜੀ ਇੱਕ ਕੀਮਤੀ ਪੋਸ਼ਾਕ ਇਹਨਾਂ ਨੂੰ ਪਹਿਨਾਈ ਹੋਈ ਸੀ, ਜਿਹਦੇ ਵਿੱਚ ਬੜੇ ਕੀਮਤੀ ਗਹਿਣੇ ਲੱਗੇ ਹੋਏ ਸਨ ਤੇ ਪਾਇਆਂ ਵੀ ਸਰੀਰ ਨੂੰ ਬਹੁਤ ਜੱਚਦੀ ਸੀ, ਸੋਹਣਾ ਲੱਗਦਾ ਸੀ ਉਹਦੇ ਵਿੱਚ ਬੱਚਾ। ਤੇ ਦੂਜੇ ਪਾਸੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਦੋਂ ਸੜਕ 'ਤੇ ਖਲੋਤੇ ਹੋਏ ਇੱਕ ਛੋਟੇ ਜਿਹੇ ਬੱਚੇ ਨੂੰ ਦੇਖਿਆ ਨਾ, ਤੇ ਸਤਿਗੁਰਾਂ ਤੋਂ ਰਿਹਾ ਨਹੀਂ ਗਿਆ ਆਪਣੇ ਮਨ ਦੇ ਵਿੱਚ। ਮਨ 'ਚ ਸੋਚਦੇ ਹਨ ਕਿ ਮੇਰਾ ਤਨ ਢਕਿਆ ਹੋਇਆ ਹੈ, ਪਤਾ ਨਹੀਂ ਉਹ ਮਾਸੂਮ ਕਿਉਂ ਇਸ ਤਰ੍ਹਾਂ ਠੰਡ ਦੇ ਵਿੱਚ ਕੁੰਗੜਿਆ ਖੜਿਆ ਹੈ। ਸਤਿਗੁਰਾਂ ਤੋਂ ਰਿਹਾ ਨਾ ਗਿਆ, ਇੱਕਦਮ ਉੱਠੇ ਤੇ ਉਹਦੇ ਕੋਲ ਜਾ ਕੇ ਪਹੁੰਚੇ ਨਾ ਜਦੋਂ, ਸਤਿਗੁਰਾਂ ਨੇ ਪੁੱਛਿਆ ਕੀ ਗੱਲ ਹੈ, ਤੈਨੂੰ ਠੰਡ ਨਹੀਂ ਲੱਗਦੀ? ਬਾਲ ਅਵਸਥਾ ਸੀ। ਜਦੋਂ ਵੇਖਿਆ ਨਾ ਸਤਿਗੁਰਾਂ ਨੇ ਕਿ ਉਹ ਕੰਬਦਾ ਪਿਆ ਹੈ, ਦੰਦ ਨਾਲ ਦੰਦ ਵੱਜਦੇ ਪਏ ਨੇ, ਤੇ ਮਾਲਕ ਜੀ ਪੁੱਛਦੇ ਕੀ ਹੋਇਆ, ਠੰਡ ਨਹੀਂ ਲੱਗਦੀ ਤੈਨੂੰ? ਤੇਰੀ ਮਾਤਾ ਨੇ ਤੇਰੇ ਤਨ ਨੂੰ ਢੱਕਣ ਵਾਸਤੇ ਕੋਈ ਬਸਤਰ ਨਹੀਂ ਦਿੱਤਾ? ਤੇ ਅੱਗੋਂ ਬੱਚੇ ਦਾ ਜਵਾਬ ਪਤਾ ਕੀ ਸੀ? ਕਹਿਣ ਲੱਗਾ ਕਿਹੜੀ ਮਾਂ ਚਾਹੁੰਦੀ ਹੈ ਕਿ ਉਹਦਾ ਪੁੱਤਰ ਸੋਹਣਾ ਨਾ ਬਣੇ? ਕਿਹੜੀ ਮਾਂ ਚਾਹੁੰਦੀ ਹੈ ਕਿ ਉਹਦਾ ਪੁੱਤਰ ਸੋਹਣੀ ਪੁਸ਼ਾਕ ਨਾ ਪਹਿਨੇ? ਕਿਹੜੀ ਮਾਂ ਚਾਹੁੰਦੀ ਹੈ ਕਿ ਉਹਦੇ ਪੁੱਤਰ ਨੂੰ ਸੋਹਣੀ ਖੁਰਾਕ ਨਾ ਮਿਲੇ? ਮਾਂ ਤਾਂ ਚਾਹੁੰਦੀ ਹੈ ਕਿ ਮੇਰਾ ਪੁੱਤਰ ਜਿਹੜਾ ਹੈ ਉਹ ਰਾਜਾ ਬਣ ਕੇ ਰਵੇ। ਪਰ ਕੀ ਕਰਾਂ, ਘਰ ਦੀ ਗਰੀਬੀ ਹੀ ਇੰਨੀ ਹੈ ਕਿ ਘਰ ਦੀ ਰੋਟੀ ਦੀ ਹੀ ਬੜੀ ਮੁਸ਼ਕਲ ਚੱਲਦੀ ਹੈ। ਸਾਨੂੰ ਗਰੀਬਾਂ ਨੂੰ ਗਰਮ ਕੱਪੜੇ ਕਿੱਥੋਂ ਨਸੀਬ ਹੋਣੇ ਹਨ? ਉਹ ਬੱਚਾ ਕਹਿੰਦਾ ਕਿ ਗਰੀਬਾਂ ਨੂੰ ਗਰਮ ਕੱਪੜੇ ਕਿੱਥੋਂ ਨਸੀਬ ਹੋਣੇ ਹਨ? ਸਾਡੇ ਤੇ ਘਰ ਦੇ ਚੁੱਲ੍ਹਿਆਂ 'ਚ ਅੱਗ ਬੜੀ ਮੁਸ਼ਕਲ ਨਾਲ ਬਲਦੀ ਹੈ, ਜਿਹਦੇ ਉੱਤੇ ਅਸੀਂ ਰੋਟੀ ਪਕਾਉਂਦੇ ਹਾਂ। ਆਟਾ ਘਰ ਦੇ ਵਿੱਚ ਖਾਣ ਨੂੰ ਨਹੀਂ ਹੈ ਤੇ ਕੱਪੜੇ ਕਿੱਥੋਂ ਨਸੀਬ ਹੋਣਗੇ? ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਦਰਿਆ ਦਿਲ ਸਨ। ਕਹਿਣ ਲੱਗੇ ਅੱਜ ਦੇ ਬਾਅਦ ਤੈਨੂੰ ਠੰਡ ਨਹੀਂ ਲੱਗੂਗੀ, ਅੱਜ ਦੇ ਬਾਅਦ ਤੈਨੂੰ ਸਰਦੀ ਦੇ ਨਾਲ ਠੰਡ ਨਹੀਂ ਲੱਗੇਗੀ। ਆ ਫੜ ਮੇਰੇ ਕੀਮਤੀ ਜਿਹੜੇ ਬਸਤਰ ਹਨ, ਇਹਨਾਂ ਨੂੰ ਆਪਣੇ ਸਰੀਰ ਉੱਤੇ ਪਹਿਨ ਲਾ। ਆ ਫੜ ਆਪਣੇ ਸਰੀਰ ਨੂੰ ਢੱਕ ਲਾ ਇਹਨਾਂ ਬਸਤਰਾਂ ਦੇ ਨਾਲ। ਲੈ ਤੈਨੂੰ ਠੰਡ ਲੱਗਦੀ ਪਈ ਹੈ, ਤੇਰਾ ਤਨ ਨੰਗਾ ਹੈ, ਮੇਰੇ ਤੋਂ ਇਹ ਬਰਦਾਸ਼ਤ ਨਹੀਂ ਹੋਣ ਦਿਆ, ਤੂੰ ਆ ਮੇਰੇ ਕੱਪੜੇ ਪਾ ਲਾ ਤੇ ਕੋਈ ਗੱਲ ਨਹੀਂ, ਤੂੰ ਸਰਦੀ ਤੋਂ ਬਚ ਜਾਵੇਂਗਾ। ਮੈਨੂੰ ਤਾਂ ਮੇਰੀ ਮਾਂ ਹੋਰ ਵੀ ਸੁਣਾ ਕੇ ਦੇ ਦੇਵੇਗੀ, ਮੈਂ ਆਪਣੀ ਮਾਤਾ ਦੇ ਕੋਲੋਂ ਹੋਰ ਵੀ ਜਿਹੜੇ ਹੈ ਕੱਪੜੇ ਲੈ ਲਵਾਂਗਾ, ਪਰ ਤੁਸੀਂ ਠੰਡ ਦੇ ਨਾਲ ਨਾ ਕੁੰਗੜੋ। ਆ ਫੜੋ ਕੱਪੜੇ ਪਾਓ ਨਵੇਂ। 4 ਸਾਲ ਦੀ ਉਮਰ ਸਤਿਗੁਰਾਂ ਦੀ ਤੇ ਗਰੀਬਾਂ ਉੱਤੇ ਤਰਸ ਖਾਣ ਵਾਲੇ, ਉਹਨਾਂ ਦਾ ਨੰਗੇਜ ਢਕਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਵਾਪਸ ਆਏ ਤਾਂ ਮਾਤਾ ਨਾਨਕੀ ਜੀ ਨੇ ਪੁੱਛਿਆ, ਲਾਲ ਜੀ ਉਹ ਪੁਸ਼ਾਕ ਕਿੱਧਰ ਛੱਡ ਆਏ ਜੇ? ਪੁਸ਼ਾਕ ਕਿੱਥੇ ਸੁੱਟ ਆਏ ਜੇ? ਕਿੱਥੇ ਤੁਸੀਂ ਰੱਖੀ ਹੈ? ਤੁਹਾਨੂੰ ਯਾਦ ਕਰੋ ਜਿੱਦਾਂ ਆਮ ਮਾਵਾਂ ਪੁੱਛਦੀਆਂ ਹੁੰਦੀਆਂ ਆਪਣੇ ਬੱਚਿਆਂ ਨੂੰ। ਤੇ ਸਤਿਗੁਰੂ ਖਾਮੋਸ਼ ਸਨ। ਮਾਤਾ ਜੀ ਨੇ ਪੁੱਛਿਆ ਕਿ ਬੇਟਾ ਜੀ ਪੁਸ਼ਾਕ ਦੱਸ ਦਿਓ ਤਾਂ ਕਿ ਮੈਂ ਤੁਹਾਡੇ ਵਾਸਤੇ ਉਹ ਪੁਸ਼ਾਕ ਲੈ ਆਵਾਂ ਉੱਥੋਂ ਜਾ ਕੇ। ਤੇ ਸਾਹਿਬ ਕਹਿਣ ਲੱਗੇ, ਮਾਤਾ ਜੀ ਨਾ ਤਾਂ ਮੈਂ ਉਹ ਪੁਸ਼ਾਕ ਨੂੰ ਕਿਤੇ ਸੁੱਟ ਕੇ ਆਇਆ ਹਾਂ ਤੇ ਨਾ ਹੀ ਮੈਂ ਕਿਤੇ ਉਹ ਗਵਾ ਕੇ ਆਇਆ ਹਾਂ। ਨਾ ਹੀ ਮੈਂ ਉਹ ਪੁਸ਼ਾਕ ਨੂੰ ਕਿਤੇ ਸੁੱਟਿਆ ਹੈ, ਨਾ ਹੀ ਗਵਾਇਆ ਹੈ। ਮੈਂ ਤਾਂ ਸਗੋਂ ਜਦੋਂ ਸ਼ਾਦੀ ਦੇ ਵਿੱਚ, ਵਿਆਹ ਦੇ ਵਿੱਚ ਜਾਣਦਿਆ ਸੀ ਤਾਂ ਰਸਤੇ ਦੇ ਵਿੱਚ ਇੱਕ ਗਰੀਬ ਬੱਚੇ ਨੂੰ ਵੇਖਿਆ ਜਿਹੜਾ ਕਿ ਆਪਣੇ ਤਨ ਤੋਂ ਨੰਗਾ ਸੀ, ਠੰਡ ਦੇ ਕਾਰਨ ਉਹ ਠਰਦਾ ਪਿਆ ਸੀ
ਤੇ ਮੇਰੇ ਮਨ ਦੇ ਵਿੱਚ ਆਇਆ ਕਿ ਮੇਰੇ ਲੀੜੇ ਕੱਪੜੇ ਪਾਇਆਂ ਦਾ ਕੀ ਫਾਇਦਾ ਹੈ ਜੇ ਇਹ ਠੰਡ ਦੇ ਵਿੱਚ ਸਰਦੀ ਦੇ ਨਾਲ ਕੁੰਗੜਦਾ ਪਿਆ ਹੈ। ਤੇ ਮੈਂ ਮਾਤਾ ਜੀ ਆਪਣੇ ਜਿਹੜੇ ਸਰੀਰ ਵਾਲੇ ਕੱਪੜੇ ਲੀੜੇ ਸਨ ਸਾਰੇ ਹੀ ਉਸ ਬੱਚੇ ਨੂੰ ਦੇ ਦਿੱਤੇ, ਸਾਰੇ ਹੀ ਉਸ ਬੱਚੇ ਨੂੰ ਦੇ ਦਿੱਤੇ। ਤੇ ਮੈਂ ਕਹਿ ਦਿੱਤਾ ਕਿ ਕੋਈ ਗੱਲ ਨਹੀਂ, ਇਹ ਤੁਸੀਂ ਪਹਿਨੋ, ਮੇਰੀ ਮਾਂ ਤਾਂ ਮੈਨੂੰ ਹੋਰ ਵੀ ਬਸਤਰ ਦੇ ਦੇਵੇਗੀ। ਇੱਥੇ ਗੱਲ ਸਿਰਫ ਕੱਪੜਿਆਂ ਦੀ ਨਹੀਂ ਹੈ ਜਾਂ ਕਿਸੇ ਬੱਚੇ ਦਾ ਤਨ ਢੱਕਣ ਦੀ ਨਹੀਂ। ਅਸਲ ਗੱਲ ਕੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਦੋਂ ਬਾਲ ਅਵਸਥਾ ਦੇ ਵਿੱਚ ਇਹ ਸਾਰਾ ਕੁਛ ਵੇਖਿਆ ਨਾ, ਤੇ ਉਹਨਾਂ ਦੇ ਮਨ ਉੱਤੇ, ਸਰੀਰ ਉੱਤੇ ਇਹ ਅਸਰ ਪਿਆ ਕਿ ਜਿਵੇਂ ਕਿਵੇਂ ਜੋ ਮਰਜ਼ੀ ਹੋ ਜਾਵੇ, ਕਿਸੇ ਨੂੰ ਮੈਂ ਦੁਖੀ ਨਹੀਂ ਦੇਖਣਾ। ਤੁਸੀਂ ਦੇਖੋ, ਜਦੋਂ ਇਸ ਦੇਸ਼ ਦਾ ਤਿਲਕ ਅਤੇ ਜੰਝੂ ਖਤਰੇ ਵਿੱਚ ਸੀ, ਜਦੋਂ ਇਸ ਦੇਸ਼ ਦੀਆਂ ਧੋਤੀਆਂ ਖਤਰੇ ਵਿੱਚ ਸੀ, ਜਦੋਂ ਇਸ ਦੇਸ਼ ਦੀ ਇੱਕ ਧਰਮ ਜਦੋਂ ਖਤਰੇ ਦੇ ਵਿੱਚ ਸੀ, ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੋਂ ਬਿਨਾਂ ਹੋਰ ਕੋਈ ਸਾਹਮਣੇ ਨਹੀਂ ਸੀ ਆਇਆ। ਬੜੇ ਹਵਨ ਕੀਤੇ, ਬੜੀਆਂ ਮੰਨਤਾਂ ਮੰਨੀਆਂ ਉਹਨਾਂ ਦਿਨਾਂ ਦੇ ਵਿੱਚ, ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਐਸੀ ਇੱਕ ਖੇਡ ਵਰਤਾਈ, ਐਸਾ ਕੌਤਕ ਕੀਤਾ ਔਰੰਗਜ਼ੇਬ ਦੇ ਕੋਲ ਪਹੁੰਚ ਕੇ ਕਿ ਸਭਨਾਂ ਦੇ ਹੀ ਧਰਮ, ਸਭਨਾਂ ਦੇ ਹੀ ਤਿਲਕ, ਸਭਨਾਂ ਦੇ ਹੀ ਜੰਝੂ, ਸਭਨਾਂ ਦੀਆਂ ਧੋਤੀਆਂ ਕਾਇਮ ਕਰ ਦਿੱਤੀਆਂ। ਹਾਲਾਂਕਿ ਧੋਤੀ, ਤਿਲਕ ਅਤੇ ਜੰਝੂ, ਇਹਨਾਂ ਤਿੰਨਾਂ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਕੋਈ ਵਾਹ ਵਾਸਤਾ ਨਹੀਂ ਸੀ, ਪਰ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਰਬਾਨੀ ਦਿੱਤੀ ਕਿ ਕਿਸੇ ਦਾ ਅਸੀਂ ਜਿਹੜਾ ਆਜ਼ਾਦੀ ਵਾਲਾ ਸਿਸਟਮ ਹੈ ਉਹ ਗਵਾਚਣ ਨਹੀਂ ਦੇਣਾ। ਅਗਲੇ ਨੂੰ, ਹਰੇਕ ਮਨੁੱਖ ਨੂੰ ਹੱਕ ਹੈ, ਹਰੇਕ ਨੂੰ ਅਧਿਕਾਰ ਹੈ ਕਿ ਉਹ ਆਪਣੇ ਆਪ ਖਾ ਸਕਦਾ ਹੈ, ਪਹਿਨ ਸਕਦਾ ਹੈ, ਪੀ ਸਕਦਾ ਹੈ, ਆ ਸਕਦਾ ਹੈ, ਜਾ ਸਕਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਫੈਸਲਾ ਲਿਆ ਉਹਨਾਂ ਦਿਨਾਂ 'ਚ। ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਕਿਉਂਕਿ ਸਤਿਗੁਰਾਂ ਦੇ ਬਾਲ ਰੂਪ ਦੇ ਵੀ ਇੱਕ ਐਸੇ ਕੌਤਕ ਸਨ ਕਿ ਜਿਨ੍ਹਾਂ ਨੂੰ ਦੇਖਦਿਆਂ ਹੋਇਆਂ, ਪੜ੍ਹਦਿਆਂ ਹੋਇਆਂ ਸਾਡੇ ਮਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਤੀ ਹੋਰ ਜ਼ਿਆਦਾ ਸ਼ਰਧਾ, ਬਹੁਤ ਜ਼ਿਆਦਾ ਅਦਬ ਬਣ ਜਾਂਦਾ ਹੈ। ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਚਪਨ ਦੀ ਇੱਕ ਘਟਨਾ ਜਿਹੜੀ ਹੈ, ਜਿਨ੍ਹਾਂ ਨੇ ਕਿ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਗੰਭੀਰ ਬਣਾ ਦਿੱਤਾ, ਸਤਿਗੁਰਾਂ ਦੇ ਵੱਡੇ ਭਰਾਤਾ ਬਾਬਾ ਅਟਲ ਰਾਏ ਜੀ, ਜਿਨ੍ਹਾਂ ਦੀ ਉਮਰ ਉਸ ਵੇਲੇ 9 ਸਾਲ ਸੀ। ਦੇਖੋ ਗੁਰੂ ਜੀ ਦੇ ਕੋਲ ਕਿੰਨੀ ਬਰਕਤ ਹੈ, ਸਤਿਗੁਰਾਂ ਦੇ ਕੋਲ ਬਹੁਤ ਬਰਕਤ ਹੈ। ਜੇ ਕੋਈ ਇਨਸਾਨ ਵਾਹਿਗੁਰੂ ਦਾ ਬਣ ਜਾਵੇ, ਆਪਾਂ ਜਦੋਂ ਦਰਬਾਰ ਸਾਹਿਬ ਜਾਂਦੇ ਹਾਂ, ਹਰਿਮੰਦਰ ਸਾਹਿਬ ਵਿਖੇ ਉਹਦੇ ਲਾਗੇ ਬਾਬਾ ਅਟਲ ਰਾਏ ਜੀ ਦੀ ਯਾਦ ਵਿੱਚ ਬਣਿਆ ਹੋਇਆ ਗੁਰੂ ਘਰ ਹੈ। ਸਭੇ ਹੀ ਜਾਣਦੇ ਆ ਉਹ ਸਾਰੀ ਘਟਨਾ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਇਹ ਜਿਹੜੀ ਘਟਨਾ ਹੈ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਦੋਂ ਇਹ ਸਾਰਾ ਕੁਛ ਆਪਣੇ ਅੱਖਾਂ ਨਾਲ ਵੇਖਿਆ, ਕੌਤਕ ਕਿ ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਨ ਉਸ ਸਮੇਂ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਗਿਆ। ਮੈਂ ਇੱਥੇ ਸੰਖੇਪ ਦੇ ਵਿੱਚ ਆਪ ਜੀ ਨੂੰ ਬੇਨਤੀ ਕਰ ਦੇਵਾਂ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਜੀਵਨ ਹੈ, ਉਹਨੇ ਇਸ ਘਟਨਾ ਨੂੰ ਕਾਫੀ ਗੰਭੀਰਤਾ ਦੇ ਬਾਰੇ ਲੈ ਕੇ ਗਈ। ਉਹਨਾਂ ਨੇ ਆਪਣੇ ਅੱਖਾਂ ਨਾਲ ਵੇਖਿਆ ਕਿ 9 ਸਾਲ ਦੇ ਬਾਬਾ ਅਟਲ ਜੀ ਜਿਸ ਦਿਨ ਸਵੇਰੇ ਘਰੋਂ ਤਿਆਰ ਹੋ ਕੇ ਖੇਡਣ ਨੂੰ ਗਏ ਨਾ, ਉਹਨਾਂ ਜਾ ਕੇ ਮੋਹਨ ਦੇ ਦਰਵਾਜ਼ੇ ਉੱਤੇ ਦਸਤਕ ਦਿੱਤੀ ਕਿ ਉੱਠ, ਮੇਰੀ ਵਾਰੀ ਦੇ, ਰਾਤ ਤੇਰੇ ਸਿਰ ਵਾਰੀ ਸੀ, ਮੀਟੀ ਤੇਰੇ ਸਿਰ ਸੀ, ਅਤੇ ਤੂੰ ਹੁਣ ਸੌਂ ਗਿਆ ਹੈ, ਉੱਠ ਤੇ ਆਪਣੀ ਵਾਰੀ ਦੇ। ਅਸਲੀਅਤ ਕੀ ਸੀ ਕਿ ਉਸ ਰਾਤ ਉਸ ਬੱਚੇ ਨੂੰ ਸੱਪ ਨੇ ਡੰਗ ਦਿੱਤਾ ਅਤੇ ਉਹਦੀ ਅਸਲ ਵਿੱਚ ਮੌਤ ਹੋ ਚੁੱਕੀ ਸੀ। ਇਤਿਹਾਸ ਦੇ ਪੰਨਿਆਂ 'ਤੇ ਆਪਾਂ ਇਹ ਬਚਨ ਪੜ੍ਹਦੇ ਹਾਂ, ਇਹਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਪੁੱਤਰ ਦਾ ਇਤਿਹਾਸ ਆਪਾਂ ਝੁਠਲਾ ਦਈਏ। ਦਰਵਾਜ਼ੇ 'ਤੇ ਖਲੋ ਕੇ ਮਾਈ ਆਪਣੇ ਪੁੱਤਰ ਨੂੰ ਉਠਾ, ਸਤਿਗੁਰੂ ਕਹਿਣ ਲੱਗੇ ਆਪਣੇ ਬੱਚੇ ਨੂੰ ਉਠਾ ਦੇ, ਤਾਂ ਕਿ ਜੋ ਮੇਰੀ ਵਾਰੀ, ਤਾਂ ਕਿ ਰਾਤ ਇਹਦੇ ਵੱਲ ਮੀਟੀ ਸੀ ਮੇਰੀ ਅਤੇ ਉਹ ਦੇ ਦੇਵੇ। ਮਾਤਾ ਕਹਿਣ ਲੱਗੀ ਕਿ ਪੁੱਤਰ, ਜਦੋਂ ਇਹ ਜਿਉਂਦਾ ਸੀ ਉਦੋਂ ਤਾਂ ਮੈਨੂੰ ਉਠਾ ਦਿੰਦੀ ਸੀ, ਪਰ ਹੁਣ ਕਿੱਦਾਂ ਉਠਾਵਾਂ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਸਤਿਗੁਰੂ ਨੂੰ ਸਾਹਿਬ ਕਹਿਣ ਲੱਗੇ, ਸਤਿਗੁਰੂ ਜੀ ਦੇ ਸਾਹਿਬਜ਼ਾਦੇ ਕਹਿਣ ਲੱਗੇ, ਮੋਹਨ ਉੱਠ, ਖੜਾ ਹੋ, ਜਲਦੀ ਕਰ। ਮਾਤਾ ਕਹਿਣ ਲੱਗੀ ਕਿ ਇਹਦੀ ਮੌਤ ਹੋ ਚੁੱਕੀ ਹੈ। ਉਹ ਕਹਿਣ ਲੱਗੇ ਤੂੰ ਝੂਠ ਬੋਲਣ ਦਈ ਹੈ, ਮੌਤ ਕਿੱਦਾਂ ਹੋ ਗਈ, ਉਹਨੂੰ ਆਵਾਜ਼ ਮਾਰੋ। ਬਾਬਾ ਅਟਲ ਰਾਏ ਜੀ ਕਹਿਣ ਲੱਗੇ ਆਵਾਜ਼ ਮਾਰੋ, ਆਪਣੀ ਵਾਰੀ ਦੇਵੇ। ਮਾਤਾ ਕਹਿੰਦੀ ਸਰੀਰਕ ਤੌਰ 'ਤੇ ਨਹੀਂ ਹੈਗਾ, ਜੇ ਹੁੰਦਾ ਤਾਂ ਮੈਂ ਹੁਣੇ ਠਾ ਲਿਆਉਂਦੀ। ਅੱਜ ਇਹ ਬੜੀ ਗੂੜ੍ਹੀ ਨੀਂਦ ਵਿੱਚ ਸੁੱਤਾ ਪਿਆ ਹੈ, ਇੱਥੇ ਤਾਂ ਮੇਰੀ ਆਵਾਜ਼ ਨਹੀਂ, ਕੇਵਲ ਅਤੇ ਕੇਵਲ ਤੁਹਾਡੇ ਪਿਤਾ ਜੀ ਦੀ ਹੀ ਆਵਾਜ਼ ਪਹੁੰਚ ਸਕਦੀ ਹੈ। ਅਤੇ ਐਸੀ ਕਮਾਈ ਉੱਥੇ ਬਾਬਾ ਅਟਲ ਰਾਏ ਜੀ ਦੀ ਆਪ ਖੁਦ ਪਹੁੰਚ ਗਏ। ਹੱਥ ਦੇ ਵਿੱਚ ਇੱਕ ਖੂੰਡੀ ਫੜੀ ਅਤੇ ਉਹਦੇ ਗਲ ਵਿੱਚ ਪਾ ਕੇ ਕਹਿਣ ਲੱਗੇ ਉੱਠ, ਜਲਦੀ ਖੜਾ ਹੋ, ਮੇਰੀ ਵਾਰੀ ਦੇ। ਤੂੰ ਇੱਥੇ ਘੇਸ ਵੱਟ ਕੇ ਸੁੱਤਾ ਪਿਆ ਹੈ, ਉੱਠ ਜਲਦੀ ਕਰ।
ਆਪਾਂ ਖੇਡਣਾ ਹੈ ਤੇ ਚੱਲ ਮੇਰੇ ਨਾਲ ਜਲਦੀ। ਉਸੇ ਵੇਲੇ ਬਾਬਾ ਮੋਹਨ ਜੀ ਉੱਠ ਖਲੋਤੇ। ਬਾਬਾ ਅਟੱਲ ਜੀ ਖੇਡਦੇ ਰਹੇ। ਜਦੋਂ 6ਵੇਂ ਪਾਤਸ਼ਾਹ ਜੀ ਨੂੰ ਇਹ ਗੱਲ ਪਤਾ ਲੱਗੀ ਨਾ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਇਹ ਖਬਰ ਪਹੁੰਚੀ ਕਿ ਤੁਹਾਡੇ ਬੇਟੇ ਨੇ ਇੱਕ ਇਹੋ ਜਿਹਾ ਵਰਤਾਰਾ ਕੀਤਾ ਹੈ ਜਿਹੜਾ ਕਿ ਗੁਰੂ ਦਰਬਾਰ ਦੇ ਵਿੱਚ ਗੁਰੂ ਨਾਨਕ ਦੇ ਘਰ 'ਚ ਪ੍ਰਵਾਨ ਨਹੀਂ ਹੈ, ਅਤੇ ਸਤਿਗੁਰਾਂ ਨੇ ਆਪਣੇ ਪੁੱਤਰ ਉਹਨਾਂ ਨੂੰ ਬੁਲਾਇਆ। ਕਹਿਣ ਲੱਗੇ ਕਿ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਸੱਚੇ ਪਾਤਸ਼ਾਹ ਜੀ ਨੂੰ ਪੁੱਛਣਾ ਕੀਤਾ, ਕਿਉਂ? ਸਾਹਿਬ ਕਹਿੰਦੇ ਕਿ ਜੇ ਇਸ ਤਰ੍ਹਾਂ ਰੱਬ ਦੇ ਕੰਮਾਂ ਵਿੱਚ ਤੁਸੀਂ ਦਖਲਅੰਦਾਜ਼ੀਆਂ ਦਿਓਗੇ ਤਾਂ ਪਰਮਾਤਮਾ ਦੇ ਹੁਕਮ ਦੇ ਸਾਹਮਣੇ ਆਪਣੀਆਂ ਗੱਲਾਂ ਨਹੀਂ ਚਲਾਈਦੀਆਂ। ਅਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਜਦੋਂ ਤੁਸੀਂ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਆਪਣੀ ਦਖਲਅੰਦਾਜ਼ੀ ਕਰੋਗੇ ਤਾਂ ਇਹ ਸਾਡੇ ਸਭਨਾਂ ਦੇ ਵਾਸਤੇ ਮਾੜਾ ਹੋਵੇਗਾ। ਸਾਹਿਬ ਕਹਿਣ ਲੱਗੇ ਫਿਰ ਤਾਂ ਇਸ ਦੁਨੀਆ ਤੋਂ ਕੋਈ ਜਾਵੇਗਾ ਹੀ ਨਹੀਂ। ਇੱਥੇ ਰਾਜੇ ਮਹਾਰਾਜੇ ਵਜ਼ੀਰ ਆਪਣੇ ਧੀਆਂ ਪੁੱਤਰ ਲੈ ਕੇ ਆ ਜਾਣਗੇ, ਉਹਨਾਂ ਦੇ ਮਰਿਆਂ ਦੀਆਂ ਮੰਜੀਆਂ ਇੱਥੇ ਲਿਆ ਕੇ ਰੱਖ ਦੇਣਗੇ ਕਿ ਇਹਨਾਂ ਨੂੰ ਜੀਂਦੇ ਕਰੋ। ਸੋ ਪਰਮਾਤਮਾ ਦੇ ਕੰਮ 'ਚ ਵਿਘਨ ਨਹੀਂ ਪਾਈਦਾ। ਅਤੇ ਅੱਗਿਓਂ ਬਾਬਾ ਅਟੱਲ ਰਾਏ ਜੀ ਨੇ ਕਿਹਾ ਕਿ ਤੁਸੀਂ ਪਿਤਾ ਜੀ ਕਿਰਪਾ ਕਰੋ, ਮੇਰੇ ਤੋਂ ਤਾਂ ਚਲੋ ਭੁੱਲ ਹੋ ਗਈ ਹੈ, ਤੁਸੀਂ ਮੈਨੂੰ ਬਖਸ਼ ਦਿਓ, ਮੈਂ ਕੀ ਕਰਾਂ? ਅਤੇ ਸਾਹਿਬ ਕਹਿੰਦੇ ਬਾਬਾ ਜੀ ਇਉਂ ਕਰੋ, ਆਪਣੇ ਘਰ ਜਾਓ, ਜਿਸ ਥਾਂ ਉੱਤੇ ਤੁਸੀਂ ਬੈਠੇ ਸੀ ਉਸ ਥਾਂ ਉੱਤੇ ਜਾਓ, ਜਾਂ ਤਾਂ ਆਪਣਾ ਸਰੀਰ ਦਿਓ ਅਤੇ ਜਾਂ ਫਿਰ ਉਸ ਬੱਚੇ ਨੂੰ ਵਾਪਸ ਭੇਜੋ। ਅਤੇ ਬਾਬਾ ਅਟੱਲ ਰਾਏ ਜੀ ਨੇ ਜਦੋਂ ਆਪਣੇ ਅਸਥਾਨ 'ਤੇ ਪਹੁੰਚਦੇ ਹਨ, ਉੱਥੇ ਆਪਣੇ ਸਰੀਰ ਉੱਤੇ ਚਾਦਰ ਪਾਉਂਦੇ ਹਨ ਅਤੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਜਾ ਨਿਵਾਸ ਕਰਦੇ ਹਨ। ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ 9 ਸਾਲ ਦੀ ਉਮਰ ਵਿੱਚ ਬਾਬਾ ਅਟੱਲ ਰਾਏ ਜੀ ਚਲਾਣਾ ਕਰ ਗਏ ਹਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਗੱਲ ਦੀ ਜਦੋਂ ਖਬਰ ਹੋਈ ਨਾ, ਅਤੇ ਮਨ ਦੇ ਵਿੱਚ ਇਹ ਸੋਚਣਾ ਕੀਤਾ ਕਿ ਪਰਮਾਤਮਾ ਦੇ ਕਿਸੇ ਵੀ ਕੰਮ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਦੇਣੀ। ਜੋ ਵਾਹਿਗੁਰੂ ਕਰਦਾ ਹੈ, ਜੋ ਪਰਮਾਤਮਾ ਕਰਦਾ ਹੈ, ਜੋ ਪਰਮਾਤਮਾ ਕਰਨ ਦਿਆ ਹੈ, ਉਹ ਸਭ ਕੁਛ ਭਲਾ ਹੀ ਭਲਾ ਹੈ। ਅੰਮ੍ਰਿਤਸਰ ਦੀ ਧਰਤੀ 'ਤੇ ਰਹਿੰਦਿਆਂ ਬਾਲ ਉਮਰ ਵਿੱਚ ਹਜ਼ੂਰ ਜੀ ਨੇ ਇਹ ਸਭ ਘਟਨਾਵਾਂ ਵੇਖੀਆਂ, ਜਿਨ੍ਹਾਂ ਦਾ ਕਿ ਇਹਨਾਂ ਦੇ ਮਨ ਉੱਤੇ ਕਾਫੀ ਡੂੰਘਾਈ ਦੇ ਨਾਲ ਅਸਰ ਪਿਆ। ਇੱਥੇ ਇਤਿਹਾਸਕਾਰ ਇੱਕ ਬਚਨ ਕਰਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਜ਼ਿੰਦਗੀ ਦੇ ਵਿੱਚ, ਸਮੇਂ ਦੇ ਵਿੱਚ, ਜਿੰਨਾ ਸਮਾਂ ਸੀਗਾ ਸਤਿਗੁਰਾਂ ਦੇ ਕੋਲ, ਮਾਲਕ ਜੀ ਬਹੁਤ ਘੱਟ ਬੋਲਦੇ ਸਨ, ਜ਼ਿਆਦਾ ਗੰਭੀਰਤਾ ਦੇ ਵਿੱਚ ਰਹਿੰਦੇ ਸਨ ਅਤੇ ਉਸ ਪਰਮਾਤਮਾ ਦੇ ਗੁਣ ਗਾਉਂਦੇ ਸਨ, ਵਾਹਿਗੁਰੂ ਦੇ ਸੋਹਲੇ ਗਾਉਂਦੇ ਸਨ। ਅਤੇ ਸਤਿਗੁਰਾਂ ਦਾ ਨੇਮ ਸੀਗਾ ਕਿ ਅੰਮ੍ਰਿਤ ਵੇਲੇ ਸੰਗਤ ਦੇ ਵਿੱਚ ਆਉਣਾ, ਨੀਵੀਂ ਪਾ ਕੇ ਬੈਠਣਾ, ਕੀਰਤਨ ਸੁਣਨਾ ਅਤੇ ਅੰਤਰਮੁਖੀ ਤੌਰ 'ਤੇ ਸਤਿਗੁਰੂ ਦੇ ਨਾਲ ਜੁੜਨਾ। ਉਹਦੀ ਯਾਦ ਨੂੰ ਨਹੀਂ ਸਨ ਭੁਲਾਉਂਦੇ। ਸਤਿਗੁਰੂ ਸੱਚੇ ਪਾਤਸ਼ਾਹ ਅੰਦਰ ਕਰਕੇ ਅੰਦਰੂਨੀ ਤੌਰ 'ਤੇ ਉਸ ਵਾਹਿਗੁਰੂ ਦੇ ਕੀਰਤਨ ਦੇ ਨਾਲ ਜੁੜਦੇ ਸਨ, ਅੰਦਰੂਨੀ ਤੌਰ 'ਤੇ ਸਤਿਗੁਰੂ ਦੇ ਦਰਬਾਰ ਦੀ ਸੇਵਾ ਕਰਦੇ ਸਨ। ਇਹ ਸਾਹਿਬ ਜੀ ਦਾ ਪਾਵਨ ਜੀਵਨ ਹੈ। ਸੋ ਅਗਲੀ ਜਿਹੜੀ ਬੇਨਤੀ ਹੈ, ਜਿੰਨਾ ਕੁ ਸਮਾਂ ਪ੍ਰਬੰਧਕਾਂ ਦੇ ਵੱਲੋਂ ਦਿੱਤਾ ਗਿਆ ਸੀ, ਉਹਦੇ ਮੁਤਾਬਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੋ ਸੰਖੇਪ ਰੂਪ ਦੇ ਵਿੱਚ ਆਪਾਂ ਜੀਵਨ ਸਰਵਣ ਕਰਨਾ ਹੈ, ਜੋ ਰਹਿੰਦੀਆਂ ਹੋਈਆਂ ਵਿਚਾਰਾਂ ਹਨ, ਉਹ ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਇਸੇ ਤਰ੍ਹਾਂ ਹੀ ਸਰਵਣ ਕਰਾਂਗੇ। ਸੋ ਸਤਿਗੁਰੂ ਮਿਹਰ ਕਰਨ, ਸਾਨੂੰ ਵੀ ਆਪਣੇ ਪਾਵਨ ਚਰਨਾਂ ਦਾ ਜੋ ਕਿ ਆਸਰਾ ਬਖਸ਼ਣ, ਅਸੀਂ ਵੀ ਗੁਰੂ ਦੀ ਮਿਹਰ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਸਤਿਗੁਰੂ ਜੀ ਨੂੰ ਸਮਝ ਸਕੀਏ, ਤਾਂ ਕਿ ਜੋ ਮਾਲਕ ਦੇ ਕੌਤਕ ਬਹੁਤ ਹਨ, ਰੰਗ ਬਹੁਤ ਹਨ, ਅਤੇ ਉਹਨਾਂ ਰੰਗਾਂ ਦੇ ਵਿੱਚੋਂ ਥੋੜ੍ਹਾ ਬਹੁਤ ਸਾਡੀ ਜ਼ਿੰਦਗੀ ਦੇ ਵਿੱਚ ਵੀ ਰੰਗ ਚੜ੍ਹ ਆਵੇ ਅਤੇ ਸਾਡਾ ਵੀ ਇਸ ਸੰਸਾਰ ਦੇ ਵਿੱਚ ਆਉਣਾ ਸਫਲ ਹੋ ਜਾਵੇ। ਸੋ ਸੰਗਤਾਂ ਦੇ ਸਾਹਮਣੇ ਬੇਨਤੀ ਕਰੂੰਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਣਯੋਗ ਹਨ। ਗੁਰੂ ਕੀ ਸੰਗਤ ਉਹ ਵੀ ਬਖਸ਼ਣਯੋਗ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।